ਦੇਵੋ ਅੱਖਾਂ ਨੂੰ ਆਰਾਮ ਤੇ ਕੰਨਾਂ ਨੂੰ ਸਕੂਨ। ਵਿਰਾਸਤ ਤੇ ਤੁਸੀਂ ਸੁਣਨ ਜਾ ਰਹੇ ਹੋ ਕਿਤਾਬ ਖਾਲਿਸਤਾਨ ਦੀ ਸਾਜ਼ਿਸ਼, ਜਿਸ ਦੇ ਮੂਲ ਲੇਖਕ ਹਨ ਜੀ.ਬੀ.ਐਸ. ਸਿੱਧੂ। ਇਸ ਦਾ ਪੰਜਾਬੀ ਅਨੁਵਾਦ ਕੀਤਾ ਹੈ ਅਨੁਵਾਦਕ ਹਰਜੋਤ ਨੇ ਤੇ ਆਵਾਜ਼ ਦਿੱਤੀ ਹੈ ਅਮਰਜੀਤ ਸਿੰਘ ਸੂਰੀ ਨੇ। ਇਹ ਕਿਤਾਬ ਲੇਖਕ ਜੇ.ਬੀ.ਐਸ. ਸਿੱਧੂ ਆਪਣੇ ਸਹੁਰੇ ਸਵਰਗੀ ਸਰਦਾਰ ਸਵਰਨ ਸਿੰਘ ਨੂੰ ਸਮਰਪਿਤ ਕਰਦੇ ਹਨ, ਜਿਨ੍ਹਾਂ ਦੇ ਰਾਸ਼ਟਰ ਪ੍ਰਤੀ ਅਸਾਧਾਰਨ ਸੇਵਾ ਨੂੰ ਪੂਰੀ ਤਰ੍ਹਾਂ ਦਸਤਾਵੇਜ਼ਬੱਧ ਕਰਨਾ ਅਤੇ ਉਸ ਦਾ ਮੁਲਾਂਕਣ ਕਰਨਾ ਹਾਲੇ ਬਾਕੀ ਹੈ। ਇਸ ਦੇ ਤਤਕਰੇ ਤੇ ਝਾਤ ਮਾਰੇ ਸਾਨੂੰ ਪਤਾ ਲੱਗਦਾ ਹੈ ਕਿ ਇਸ ਕਿਤਾਬ ਦੇ ਮੁੱਖ ਬੰਦ, ਧੰਨਵਾਦੀ ਨੋਟ ਅਤੇ ਭੂਮਿਕਾ ਸਮੇਤ ਕੁੱਲ 20 ਅੰਕ ਹਨ ਅਤੇ ਇਸ ਕਿਤਾਬ ਦੇ ਕੁੱਲ 253 ਪੰਨੇ ਹਨ। ਕਿਤਾਬ ਦਾ ਪਹਿਲਾ ਮੁੱਖ ਬੰਦ ਪੰਨਾ ਨੰਬਰ 9 ਤੋਂ ਸ਼ੁਰੂ ਹੁੰਦਾ ਹੈ। ਆਓ ਸ਼ੁਰੂ ਕਰਦੇ ਹਾਂ ਮੁੱਖ ਬੰਦ ਦੇ ਨਾਲ ਹੀ। ਕੈਬਨਿਟ ਸਕੱਤਰੇਤ ਦੇ ਰਿਸਰਚ ਐਂਡ ਐਨਾਲਿਸਿਸ ਵਿੰਗ ਰॉ, ਜੋ ਕਿ ਭਾਰਤ ਦੀ ਵਿਦੇਸ਼ੀ ਖੂਫੀਆ ਏਜੰਸੀ ਹੈ, ਦੇ ਸਟੇਸ਼ਨ ਮੁਖੀ ਵਜੋਂ ਸਿੱਕਮ ਦੀ ਰਾਜਧਾਨੀ ਗੰਗਟੋਕ ਵਿਖੇ ਮੇਰੇ ਕਾਰਜਕਾਲ ਦੇ 2.5 ਸਾਲ ਕਾਫੀ ਰੁਝੇਵੇਂ ਭਰੇ ਸਨ। ਮੈਂ ਉੱਥੇ ਅਗਸਤ 1973 ਤੋਂ ਫਰਵਰੀ 1976 ਤੱਕ ਰਿਹਾ। ਤਿੱਬਤ ਅਤੇ ਚੀਨ ਬਾਰੇ ਸਰਹੱਦ ਪਾਰ ਦੀ ਖੂਫੀਆ ਜਾਣਕਾਰੀ ਇਕੱਤਰ ਕਰਨ ਤੋਂ ਇਲਾਵਾ ਸਾਨੂੰ ਸਿੱਕਮ ਦੇ ਭਾਰਤ ਨਾਲ ਰਲੇਵੇਂ ਸੰਬੰਧੀ ਇੱਕ ਬਹੁਤ ਹੀ ਸੰਵੇਦਨਸ਼ੀਲ ਅਤੇ ਇਤਿਹਾਸਕ ਆਪਰੇਸ਼ਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਰॉ ਦੇ ਸੰਸਥਾਪਕ ਮੁਖੀ ਆਰ.ਐਨ. ਕਾਓ ਨੂੰ ਦਿੱਤੀਆਂ ਗਈਆਂ ਨਿੱਜੀ ਹਦਾਇਤਾਂ ਤੇ ਇਹ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ। ਜ਼ਮੀਨੀ ਪੱਧਰ ਤੇ ਇਸ ਆਪਰੇਸ਼ਨ ਨੂੰ ਇੱਕ ਵਿਸ਼ੇਸ਼ ਤੌਰ ਤੇ ਸਥਾਪਿਤ ਕੀਤੇ ਗਏ ਗੁਪਤ ਸੈੱਲ ਦੁਆਰਾ ਅੰਜਾਮ ਦਿੱਤਾ ਗਿਆ, ਜਿਸ ਵਿੱਚ 3 ਅਧਿਕਾਰੀ ਸ਼ਾਮਲ ਸਨ ਅਤੇ ਇਸ ਦੀ ਅਗਵਾਈ ਮੈਂ ਕਰ ਰਿਹਾ ਸੀ। ਉਸ ਆਪਰੇਸ਼ਨ ਦੇ ਸੁਚੱਜੇਪਣ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦਾ ਮੁੱਖ ਨਿਸ਼ਾਨਾ ਸਾਬਕਾ ਚੋਗਿਆਲ, ਜਿਸ ਨੂੰ ਮੈਂ ਤਿੱਬਤ ਚੀਨ ਨਾਲ ਸੰਬੰਧਿਤ ਮਾਮਲਿਆਂ ਬਾਰੇ ਜਾਣਕਾਰੀ ਦੇਣ ਦੇ ਲਈ ਅਕਸਰ ਮਿਲਦਾ ਹੀ ਰਹਿੰਦਾ ਸੀ, ਇਸ ਆਪਰੇਸ਼ਨ ਨਾਲ ਮੇਰੇ ਸੰਬੰਧ ਬਾਰੇ ਜਾਣ ਹੀ ਨਹੀਂ ਸਕਿਆ। ਅੰਤ ਤੱਕ ਉਹ ਅਤੇ ਉਸ ਦੇ ਪਰਿਵਾਰਕ ਮੈਂਬਰ ਆਪਣੀਆਂ ਮੁਸੀਬਤਾਂ ਲਈ ਇੰਟੈਲੀਜੈਂਸ ਬਿਊਰੋ (ਆਈ.ਬੀ.) ਨੂੰ ਜ਼ਿੰਮੇਵਾਰ ਠਹਿਰਾਉਂਦੇ ਰਹੇ। ਉਸ ਆਪਰੇਸ਼ਨ ਦੇ ਨਤੀਜੇ ਵਜੋਂ ਮਈ 1975 ਵਿੱਚ ਸਿੱਕਮ 36ਵੀਂ ਸੰਵਿਧਾਨਿਕ ਸੋਧ ਰਾਹੀਂ ਭਾਰਤੀ ਯੂਨੀਅਨ ਦਾ 22ਵਾਂ ਸੂਬਾ ਬਣ ਗਿਆ। ਉਸ ਆਪਰੇਸ਼ਨ ਦੇ ਵੇਰਵਿਆਂ ਬਾਰੇ ਮੈਂ ਆਪਣੀ ਕਿਤਾਬ ਵਿੱਚ ਲਿਖਿਆ ਸੀ, ਜਿਸ ਦਾ ਨਾਮ ਹੈ ਸਿੱਕਮ ਡਾਊਨ ਆਫ ਡੈਮੋਕ੍ਰੇਸੀ, ਦ ਟਰੂਥ ਬਿਹਾਈਂਡ ਦ ਮਰਜਰ ਵਿਦ ਇੰਡੀਆ, ਪੈਂਗੁਇਨ ਰੈਂਡਮ ਹਾਊਸ ਇੰਡੀਆ। 2018 ਰੇਲਵੇ ਤੋਂ ਬਾਅਦ ਦੇ ਮੁੱਦਿਆਂ ਦੇ ਹੱਲ ਹੋਣ ਤੋਂ ਬਾਅਦ ਮੈਂ ਫਰਵਰੀ 1976 ਵਿੱਚ ਗੰਗਟੋਕ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਇਆ, ਤਾਂ ਜੋ ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਭਾਰਤ ਦੇ ਹਾਈ ਕਮਿਸ਼ਨ ਵਿੱਚ ਪਹਿਲੇ ਸਕੱਤਰ ਵਜੋਂ ਆਪਣੀ ਅਗਲੀ ਨਿਯੁਕਤੀ ਲਈ ਖੁਦ ਨੂੰ ਤਿਆਰ ਕਰ ਸਕਾਂ। ਮੈਂ ਜੂਨ 1976 ਤੱਕ ਓਟਾਵਾ ਪਹੁੰਚਣਾ ਸੀ, ਪਰ ਅਧਿਆਇ 1 ਵਿੱਚ ਦੱਸੇ ਕਾਰਨਾਂ ਕਰਕੇ ਮੈਂ ਨਵੰਬਰ ਵਿੱਚ ਆਪਣੀ ਇਸ ਨਵੀਂ ਨਿਯੁਕਤੀ ਦੀ ਜ਼ਿੰਮੇਵਾਰੀ ਸੰਭਾਲ ਸਕਿਆ। ਮੈਂ 3 ਸਾਲ ਕੈਨੇਡਾ ਵਿੱਚ ਰਿਹਾ ਅਤੇ ਅਕਤੂਬਰ 1979 ਵਿੱਚ ਨਵੀਂ ਦਿੱਲੀ ਵਾਪਸ ਪਰਤਿਆ। ਕੈਨੇਡਾ ਵਿੱਚ ਆਪਣੇ ਇਸ ਕਾਰਜਕਾਲ ਦੌਰਾਨ ਮੈਂ ਪੂਰਬ ਤੋਂ ਪੱਛਮ ਤੱਕ ਦੇ ਲਗਭਗ ਸਾਰੇ ਵੱਡੇ ਸ਼ਹਿਰਾਂ ਦਾ ਦੌਰਾ ਕੀਤਾ, ਜੋ 6 ਵੱਖ-ਵੱਖ ਸਮਾਂ ਖੇਤਰਾਂ ਦੇ ਨਾਲ 5000 ਕਿਲੋਮੀਟਰ ਤੋਂ ਵੱਧ ਤੱਕ ਫੈਲਿਆ ਸੀ ਅਤੇ ਕਈ ਥਾਵਾਂ ਤੇ 1 ਤੋਂ ਵੱਧ ਵਾਰ ਗਿਆ। ਮੈਂ ਜੁਲਾਈ 1978 ਵਿੱਚ 1 ਮਹੀਨੇ ਦੀ ਛੁੱਟੀ ਲਈ ਅਤੇ ਪ੍ਰੇਰੀਜ਼, ਬਿਨਾਂ ਰੁੱਖਾਂ ਤੋਂ ਖੁੱਲ੍ਹਾ ਮੈਦਾਨ, ਇਸ ਵਿੱਚੋਂ ਹੁੰਦੇ ਹੋਏ ਓਟਾਵਾ ਤੋਂ ਵੈਨਕੂਵਰ ਦੀ ਯਾਤਰਾ ਕੀਤੀ ਅਤੇ ਫਿਰ ਅਮਰੀਕਾ ਦੇ ਪੱਛਮੀ ਤੱਟ ਦੇ ਨਾਲ-ਨਾਲ ਦੱਖਣ ਵੱਲ ਯੂਬਾ ਸਿਟੀ, ਸੈਨ ਫਰਾਂਸਿਸਕੋ, ਸੈਕਰਾਮੈਂਟੋ, ਲਾਸ ਏਂਜਲਸ ਅਤੇ ਸੈਨ ਡਿਏਗੋ ਅਤੇ ਫਿਰ ਵਿਨੀਪੈਗ ਵਿਖੇ ਪ੍ਰੇਰੀਜ਼ ਵਿੱਚ ਦੁਬਾਰਾ ਦਾਖਲ ਹੁੰਦਿਆਂ ਵਾਪਸ ਓਟਾਵਾ ਪਹੁੰਚੇ। ਇਨ੍ਹਾਂ ਯਾਤਰਾਵਾਂ ਦੌਰਾਨ ਮੈਂ ਕਈ ਪੁਰਾਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਮਿਲਿਆ ਅਤੇ ਨਵੇਂ ਦੋਸਤ ਬਣਾਏ ਤੇ ਨਵੇਂ ਸੰਪਰਕ ਕਾਇਮ ਕੀਤੇ, ਜਿਨ੍ਹਾਂ ਨਾਲ ਮੈਂ ਨਵੀਂ ਦਿੱਲੀ ਵਾਪਸ ਆਉਣ ਤੋਂ ਬਾਅਦ ਵੀ ਸੰਪਰਕ ਵਿੱਚ ਰਿਹਾ। ਉਸ ਸਮੇਂ ਦੌਰਾਨ ਕੈਨੇਡਾ ਵਿੱਚ ਭਾਰਤੀ ਭਾਈਚਾਰਾ, ਜਿਸ ਵਿੱਚ ਜ਼ਿਆਦਾਤਰ ਸਿੱਖ ਸ਼ਾਮਲ ਸਨ, ਬਹੁਤ ਸੰਤੁਸ਼ਟ ਸੀ ਅਤੇ ਇਹ ਸਭ ਲੋਕ ਆਪਣੀ ਸਮਾਜਿਕ ਆਰਥਿਕ ਸਥਿਤੀ ਨੂੰ ਸੁਧਾਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਸਨ। ਇਸ ਪ੍ਰਕਿਰਿਆ ਵਿੱਚ ਉਹ ਉਸ ਦੇਸ਼ ਵਿੱਚ ਇੱਕ ਬਹੁਤ ਸੱਭਿਆਚਾਰਕ ਸਮਾਜ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਰਹੇ ਸਨ, ਜਿਸ ਨੂੰ ਉਹਨਾਂ ਨੇ ਆਪਣੇ ਨਵੇਂ ਘਰ ਵਜੋਂ ਚੁਣਿਆ ਸੀ। 2 ਵੱਡੇ ਸ਼ਹਿਰਾਂ ਵੈਨਕੂਵਰ ਅਤੇ ਟਰਾਂਟੋ ਵਿੱਚ ਗੁਰਦੁਆਰਿਆਂ ਦੇ ਪ੍ਰਬੰਧਨ ਲਈ ਆਮ ਧੱਕਾ-ਮੁੱਕੀ ਤੋਂ ਇਲਾਵਾ ਔਸਤਨ ਸਿੱਖ ਲਈ ਖਾਲਿਸਤਾਨ ਦਾ ਵਿਚਾਰ ਕੋਈ ਮੁੱਦਾ ਹੀ ਨਹੀਂ ਸੀ। ਸੰਭਵ ਤੌਰ ਤੇ ਕਿਹਾ ਜਾਵੇ ਤਾਂ ਇਸ ਉੱਤੇ ਕੋਈ ਧਿਆਨ ਵੀ ਨਹੀਂ ਦਿੰਦਾ ਸੀ। ਕਿਸਮਤ ਕਈ ਵਾਰ ਤੁਹਾਨੂੰ ਅਜਿਹੇ ਝੂਠ ਦਾ ਸਾਹਮਣਾ ਕਰਵਾਉਂਦੀ ਹੈ
ਜੋ ਰਹੱਸਮਈ ਤੱਤਾਂ ਦੀਆਂ ਪਰਤਾਂ ਵਿੱਚ ਵਲੇਟਿਆ ਹੁੰਦਾ ਹੈ। ਇੱਕ ਔਸਤ ਅਤੇ ਆਮ ਨਿਰੀਖਕ ਲਈ ਝੂਠ ਦੇ ਸਿਰਜਣਹਾਰ ਦੀ ਸਾਖ ਅਤੇ ਹੈਸੀਅਤ ਤੋਂ ਭੈਭੀਤ ਬਾਹਰੀ ਪਰਤਾਂ ਰਾਹੀਂ ਸੱਚ ਨੂੰ ਭਾਂਪ ਲੈਣਾ ਅਤੇ ਇਸ ਝੂਠ ਦੇ ਮੁੱਖ ਤੱਥਾਂ ਨੂੰ ਸਪਸ਼ਟ ਤੌਰ ਤੇ ਪਛਾਣਨਾ ਮੁਸ਼ਕਲ ਹੁੰਦਾ ਹੈ। ਇਸ ਸੰਦਰਭ ਵਿੱਚ ਮੈਂ ਵੀ ਸ਼ਾਇਦ ਕੋਈ ਅਪਵਾਦ ਨਹੀਂ ਹਾਂ। ਮੈਂ ਜਿਸ ਝੂਠ ਦੀ ਗੱਲ ਕਰ ਰਿਹਾ ਹਾਂ ਉਹ ਭਾਰਤ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣ ਲਈ ਤਿਆਰ ਕੀਤਾ ਗਿਆ ਸੀ ਕਿ ਕੈਨੇਡਾ, ਅਮਰੀਕਾ ਅਤੇ ਯੂਕੇ ਵਿੱਚ ਰਹਿੰਦੇ ਸਿੱਖ ਪ੍ਰਵਾਸੀਆਂ ਦੀ ਇੱਕ ਵੱਡੀ ਗਿਣਤੀ ਦੇ ਮਨਾਂ ਵਿੱਚ ਖਾਲਿਸਤਾਨ ਪੱਖੀ ਭਾਵਨਾਵਾਂ ਸਨ। 1981 ਤੋਂ ਬਾਅਦ ਹੀ ਇਹ ਸਾਹਮਣੇ ਆਉਣਾ ਸ਼ੁਰੂ ਹੋਇਆ ਕਿ ਛੇਤੀ ਹੀ ਅਜਿਹੀਆਂ ਭਾਵਨਾਵਾਂ ਦਾ ਅਸਰ ਪੰਜਾਬ ਵਿੱਚ ਸਿੱਖ ਆਬਾਦੀ ਦੇ ਇੱਕ ਵਿਸ਼ੇਸ਼ ਹਿੱਸੇ ਤੇ ਪੈਣ ਲੱਗਾ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਹਰਚੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਾਲੇ ਨਰਮਵਾਦੀ ਅਕਾਲੀ ਦਲ ਦੀ ਲੀਡਰਸ਼ਿਪ ਵਿਚਕਾਰ ਇਹ ਮਤਭੇਦ ਉਨ੍ਹਾਂ ਦੀਆਂ ਵੱਖਰੀਆਂ ਧਾਰਮਿਕ ਵਿਚਾਰਧਾਰਕ ਧਾਰਨਾਵਾਂ ਦੇ ਨਤੀਜੇ ਸਨ, ਜਿਨ੍ਹਾਂ ਨਾਲ ਕਾਂਗਰਸ ਦਾ ਕੋਈ ਵਾਸਤਾ ਨਹੀਂ ਸੀ ਕਿ ਇਹਨਾਂ ਮਤਭੇਦਾਂ ਅਤੇ ਭਿੰਡਰਾਂਵਾਲੇ ਤੋਂ ਪ੍ਰੇਰਿਤ ਅੱਤਵਾਦੀ ਗਤੀਵਿਧੀਆਂ ਦੇ ਨਤੀਜੇ ਵਜੋਂ ਹੀ ਪੰਜਾਬ ਵਿੱਚ ਅਮਨ ਕਾਨੂੰਨ ਦੀ ਅਜਿਹੀ ਸਥਿਤੀ ਪੈਦਾ ਹੋਈ ਕਿ ਇੰਦਰਾ ਗਾਂਧੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਅਤੇ ਦਰਬਾਰਾ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ 5 ਅਕਤੂਬਰ 1983 ਤੱਕ ਅਤੇ ਇਸ ਤੋਂ ਬਾਅਦ ਰਾਜਪਾਲ ਸ਼ਾਸਨ ਅਧੀਨ ਸੂਬੇ ਵਿੱਚ ਸ਼ਾਂਤੀ ਬਹਾਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਕਿ ਪ੍ਰਧਾਨ ਮੰਤਰੀ ਗਾਂਧੀ ਅਤੇ ਉਨ੍ਹਾਂ ਦੀ ਸਰਕਾਰ ਇਮਾਨਦਾਰੀ ਦੇ ਨਾਲ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਗੱਲਬਾਤ ਰਾਹੀਂ ਪੰਜਾਬ ਦੀ ਸਮੱਸਿਆ ਦਾ ਸ਼ਾਂਤੀਪੂਰਨ ਹੱਲ ਚਾਹੁੰਦੇ ਸਨ। ਪਰ ਇਹ ਅਕਾਲੀ ਨੇਤਾਵਾਂ ਦਾ ਗੈਰ ਮਦਦਗਾਰ, ਅੜੀਅਲ ਅਤੇ ਗੈਰ ਸਹਿਯੋਗੀ ਰਵੱਈਆ ਸੀ, ਜਿਸ ਕਾਰਨ ਗੱਲਬਾਤ ਅਸਫਲ ਹੋ ਗਈ ਅਤੇ ਅੰਤ ਵਿੱਚ ਕਿ ਪੰਜਾਬ ਵਿੱਚ ਆਮ ਸਥਿਤੀ ਬਹਾਲ ਕਰਨ ਲਈ ਹੋਰ ਵਿਕਲਪ ਨਾ ਬਚੇ ਹੋਣ ਦੀ ਸੂਰਤ ਵਿੱਚ ਇੰਦਰਾ ਗਾਂਧੀ ਨੂੰ ਆਪਰੇਸ਼ਨ ਬਲੂ ਸਟਾਰ ਨੂੰ ਮਨਜ਼ੂਰੀ ਦੇਣ ਲਈ ਮਜਬੂਰ ਹੋਣਾ ਪਿਆ। ਪਰ ਮੇਰੇ ਵਿਚਾਰ ਮੁਤਾਬਕ ਸੱਚਾਈ ਇਸ ਤੋਂ ਉਲਟ ਸੀ। ਇਸ ਝੂਠ ਦੀਆਂ ਜੜ੍ਹਾਂ 1978 ਤੱਕ ਜਾਂਦੀਆਂ ਹਨ, ਜਦੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਇੰਦਰਾ ਗਾਂਧੀ ਦੇ ਛੋਟੇ ਬੇਟੇ ਸੰਜੇ ਗਾਂਧੀ ਨੂੰ ਸਲਾਹ ਦਿੱਤੀ ਕਿ ਪੰਜਾਬ ਵਿੱਚ ਅਕਾਲੀ ਦਲ ਜਨਤਾ ਪਾਰਟੀ ਦੀ ਗੱਠਜੋੜ ਸਰਕਾਰ ਨੂੰ ਅਸਥਿਰ ਕੀਤਾ ਜਾ ਸਕਦਾ ਹੈ ਜੇਕਰ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ, ਜਿਸ ਵਿੱਚ ਹਰਚੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੇ ਪ੍ਰਧਾਨ ਗੁਰਚਰਨ ਸਿੰਘ ਟੌੜਾ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ਼ਾਮਲ ਸਨ, ਦੀਆਂ ਨਰਮਵਾਦੀ ਨੀਤੀਆਂ ਉੱਤੇ ਇੱਕ ਢੁਕਵੇਂ ਸਿੱਖ ਸੰਤ ਦੁਆਰਾ ਲਗਾਤਾਰ ਹਮਲਾ ਕੀਤਾ ਜਾਵੇ। ਜੇਕਰ ਕੋਈ ਜ਼ਬਰਦਸਤ ਕੱਟੜ ਸਿੱਖ ਆਗੂ ਇਨ੍ਹਾਂ ਦੇ ਵਿਰੋਧੀ ਵਜੋਂ ਉੱਭਰ ਜਾਵੇ ਤਾਂ ਨਰਮਵਾਦੀ ਅਕਾਲੀ ਆਗੂ ਆਪਣੇ ਜਨ ਸਮਰਥਨ ਨੂੰ ਬਰਕਰਾਰ ਰੱਖਣ ਦੇ ਲਈ ਸਿੱਖ ਹਿੱਤਾਂ ਦੇ ਮੁੱਦਿਆਂ ਤੇ ਸਮਝੌਤਾ ਰਹਿਤ ਹੱਠ ਧਰਮੀ ਰੁਖ ਅਪਣਾਉਣ ਦੇ ਲਈ ਮਜਬੂਰ ਹੋ ਜਾਣਗੇ। ਨਰਮਵਾਦੀ ਅਕਾਲੀ ਦਲ ਦੇ ਨੇਤਾਵਾਂ ਦੀਆਂ ਨੀਤੀਆਂ ਵਿੱਚ ਕੋਈ ਵੀ ਮਹੱਤਵਪੂਰਨ ਤਬਦੀਲੀ ਸੁਭਾਵਕ ਤੌਰ ਤੇ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਪਸੰਦ ਨਹੀਂ ਆਵੇਗੀ, ਜੋ ਮੁੱਖ ਤੌਰ ਤੇ ਸ਼ਹਿਰੀ ਹਿੰਦੂ ਕਾਰੋਬਾਰੀ ਹਿੱਤਾਂ ਦੀ ਨੁਮਾਇੰਦਗੀ ਕਰਦੇ ਸਨ। ਇੰਦਰਾ ਗਾਂਧੀ ਦੀ ਮਨਜ਼ੂਰੀ ਅਤੇ ਸੰਜੇ ਦੇ ਸਹਿਯੋਗੀ ਕਮਲ ਨਾਥ ਦੇ ਇਸ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਨਾਲ ਹੀ ਚੌਂਕ ਮਹਿਤਾ ਵਿਖੇ ਸਥਿਤ ਗੁਰਦੁਆਰਾ ਦਰਸ਼ਨ ਪ੍ਰਕਾਸ਼ ਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਅਜਿਹੇ ਸੰਤ ਵਜੋਂ ਚੁਣਿਆ ਗਿਆ ਜੋ ਉਨ੍ਹਾਂ ਲਈ ਪੰਜਾਬ ਵਿੱਚ ਕੰਮ ਕਰਨਗੇ। ਭਾਵੇਂ ਖਾਲਿਸਤਾਨ ਦੀ ਮੰਗ ਨੂੰ ਭਿੰਡਰਾਂਵਾਲੇ ਦੇ ਮੱਥੇ ਮੜਿਆ ਗਿਆ ਤਾਂ ਜੋ ਉਸ ਦੀ ਨਰਮਵਾਦੀ ਅਕਾਲੀ ਲੀਡਰਸ਼ਿਪ ਵਿਰੋਧੀ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ। ਪਰ ਜਨਵਰੀ 1980 ਵਿੱਚ ਇੰਦਰਾ ਗਾਂਧੀ ਦੇ ਪ੍ਰਧਾਨ ਮੰਤਰੀ ਵਜੋਂ ਸੱਤਾ ਵਿੱਚ ਵਾਪਸ ਆਉਣ ਤੱਕ ਆਪਰੇਸ਼ਨ 1 ਦੇ ਰਾਹੀਂ ਕੁਝ ਵੀ ਹੱਥ ਨਹੀਂ ਲੱਗਿਆ। 8ਵੀਂ ਲੋਕ ਸਭਾ ਲਈ ਆਮ ਚੋਣਾਂ ਜਨਵਰੀ 1985 ਤੋਂ ਪਹਿਲਾਂ ਹੋਣੀਆਂ ਸਨ ਅਤੇ ਉਨ੍ਹਾਂ ਦੀ ਤਿਆਰੀ ਵਿੱਚ ਕਾਂਗਰਸ ਨੇ ਆਪਰੇਸ਼ਨ 2 ਰਾਹੀਂ ਭਿੰਡਰਾਂਵਾਲੇ ਖਾਲਿਸਤਾਨ ਮੁੱਦੇ ਤੇ ਧਿਆਨ ਕੇਂਦਰਿਤ ਕਰਨ ਦਾ ਫੈਸਲਾ ਕੀਤਾ। 2 ਪੜਾਵਾਂ ਦੇ ਇਸ ਵਿਸ਼ੇਸ਼ ਆਪਰੇਸ਼ਨ ਦੇ ਵੇਰਵੇ ਇਸ ਕਿਤਾਬ ਵਿੱਚ ਦਿੱਤੇ ਗਏ ਹਨ। ਸਪਸ਼ਟਤਾ ਲਈ ਮੈਂ ਆਪਰੇਸ਼ਨ ਦੇ 2 ਪੜਾਵਾਂ ਨੂੰ ਆਪਰੇਸ਼ਨ 1 ਅਤੇ ਆਪਰੇਸ਼ਨ 2 ਦਾ ਨਾਮ ਦਿੱਤਾ ਹੈ। ਪੰਜਾਬ ਕੇਂਦਰਿਤ ਆਪਰੇਸ਼ਨ ਨੂੰ ਮੈਂ ਆਪਰੇਸ਼ਨ 1 ਦਾ ਨਾਮ ਦਿੱਤਾ ਹੈ ਅਤੇ ਦੂਜਾ, ਜੋ ਜਨਵਰੀ 1980 ਤੋਂ ਬਾਅਦ ਸ਼ੁਰੂ ਹੋਇਆ ਤੇ ਜੂਨ 1984 ਵਿੱਚ ਆਪਰੇਸ਼ਨ ਬਲੂ ਸਟਾਰ ਨਾਲ ਖਤਮ ਹੋਇਆ, ਨੂੰ ਆਪਰੇਸ਼ਨ 2 ਦਾ ਨਾਮ ਦਿੱਤਾ ਹੈ। ਜਿਵੇਂ-ਜਿਵੇਂ ਆਪਰੇਸ਼ਨ 2 ਅੱਗੇ ਵਧਿਆ, ਆਪਰੇਸ਼ਨ ਬਲੂ ਸਟਾਰ ਦੇ ਰੂਪ 'ਚ ਝੂਠ ਦੀ ਕੌੜੀ ਗੋਲੀ ਵੱਡੀ ਗਿਣਤੀ ਵਿੱਚ ਦੁਖੀ ਸੰਭਾਵਿਤ ਵੋਟਰਾਂ ਨੂੰ ਖਵਾਉਣ ਤੋਂ ਪਹਿਲਾਂ ਇਸ ਦੇ ਸਿਰਜਣਹਾਰਾਂ ਵੱਲੋਂ ਇਸ ਨੂੰ ਵਾਰ-ਵਾਰ ਮਿਠਾਸ ਵਿੱਚ ਲਪੇਟਿਆ ਗਿਆ ਤਾਂ ਜੋ ਉਨ੍ਹਾਂ ਵੋਟਰਾਂ ਨੂੰ ਡਰ, ਖਦਸ਼ੇ, ਦਰਦ, ਮਾਨਸਿਕ ਪੀੜ ਅਤੇ ਨਫ਼ਰਤ ਤੋਂ ਛੁਟਕਾਰਾ ਦਿਵਾਇਆ ਜਾ ਸਕੇ
ਅਤੇ ਉਹਨਾਂ ਦਾ ਸਮਰਥਨ ਤੇ ਵੋਟਾਂ ਲਈਆਂ ਜਾ ਸਕਣ। ਆਪਰੇਸ਼ਨ 1 ਨੂੰ ਚਲਾਉਣ ਵਾਲੇ ਪਾਤਰਾਂ ਦਾ ਜ਼ਿਕਰ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਆਪਰੇਸ਼ਨ 2 ਲਈ ਜਨਵਰੀ 1980 ਤੋਂ ਬਾਅਦ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਿਆਸੀ ਸਹਾਇਕ ਮੱਖਣ ਲਾਲ ਫੌਤੇਦਾਰ, ਸੰਜੇ ਦੇ ਮਮੇਰੇ ਭਰਾ ਅਤੇ ਰਾਏਬਰੇਲੀ ਤੋਂ ਸੰਸਦ ਮੈਂਬਰ ਅਰੁਣ ਨਹਿਰੂ ਅਤੇ ਬਾਅਦ ਵਿੱਚ ਕਪੂਰਥਲਾ ਪਰਿਵਾਰ ਦੇ ਅਰੁਣ ਸਿੰਘ ਨੂੰ ਇਸ ਗਰੁੱਪ ਵਿੱਚ ਸ਼ਾਮਲ ਕੀਤਾ ਗਿਆ। ਜੂਨ 1980 ਵਿੱਚ ਸੰਜੇ ਦੀ ਮੌਤ ਤੋਂ ਬਾਅਦ ਉਸ ਦੇ ਵੱਡੇ ਭਰਾ ਰਾਜੀਵ ਗਾਂਧੀ ਨੇ ਉਸ ਦੀ ਥਾਂ ਲੈ ਲਈ। ਆਪਰੇਸ਼ਨ 2 ਦੇ ਪਿੱਛੇ ਮੁੱਖ ਚਾਲਕ ਸ਼ਕਤੀ ਸੰਜੇ ਸੀ। ਸੰਜੇ ਦੀ ਮੌਤ ਤੋਂ ਬਾਅਦ ਰਾਜੀਵ ਗਾਂਧੀ 31 ਅਕਤੂਬਰ 1984 ਨੂੰ ਆਪਣੀ ਮਾਂ ਦੇ ਕਤਲ ਤੋਂ ਬਹੁਤ ਬਾਅਦ ਵੀ ਅਰੁਣ ਨਹਿਰੂ, ਐਮ.ਐਲ. ਫੌਤੇਦਾਰ ਅਤੇ ਅਰੁਣ ਸਿੰਘ ਤੇ ਬਹੁਤ ਜ਼ਿਆਦਾ ਨਿਰਭਰ ਸੀ। ਜਿਵੇਂ ਕਿ ਆਪਰੇਸ਼ਨ 2 ਨਾਲ ਸੰਬੰਧਿਤ ਸਾਰੇ ਫੈਸਲੇ 1 ਅਕਬਰ ਰੋਡ ਤੇ ਲਏ ਗਏ ਸਨ। ਇਸ ਲਈ ਆਪਰੇਸ਼ਨ 2 ਦੇ ਸੰਬੰਧ ਵਿੱਚ ਕੀਤੀਆਂ ਗਈਆਂ ਕੁਝ ਕਾਰਵਾਈਆਂ ਲਈ ਜ਼ਿੰਮੇਵਾਰ ਲੋਕਾਂ ਦਾ ਹਵਾਲਾ ਦੇਣ ਲਈ ਇਸ ਕਿਤਾਬ ਵਿੱਚ 1 ਅਕਬਰ ਰੋਡ ਗਰੁੱਪ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਉਸ ਸਮੇਂ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਵਿੱਚ ਕੀਤੇ ਜਾਂਦੇ ਫੈਸਲੇ, ਜਿਨ੍ਹਾਂ ਦਾ ਆਪਰੇਸ਼ਨ 2 ਨਾਲ ਸੰਬੰਧ ਸੀ, ਨੂੰ ਗੈਰ ਰਸਮੀ ਤੌਰ ਤੇ 1 ਅਕਬਰ ਰੋਡ ਗਰੁੱਪ ਜਾਂ ਇਸ ਗਰੁੱਪ ਨਾਲ ਕੰਮ ਕਰ ਰਹੇ ਸੀਨੀਅਰ ਨੌਕਰਸ਼ਾਹਾਂ ਨੇ ਆਪਣੇ ਕਬਜ਼ੇ ਹੇਠ ਲੈ ਲਿਆ ਸੀ। ਵੱਖ-ਵੱਖ ਕੰਮਾਂ ਨੂੰ ਅੰਜਾਮ ਦੇਣ ਤੋਂ ਇਲਾਵਾ ਅਰੁਣ ਨਹਿਰੂ ਅਤੇ ਅਰੁਣ ਸਿੰਘ ਵੀ ਇਕੱਲੇ ਜਾਂ ਰਾਜੀਵ ਗਾਂਧੀ ਦੇ ਨਾਲ ਮੀਟਿੰਗਾਂ ਵਿੱਚ ਸ਼ਾਮਲ ਹੋ ਰਹੇ ਸਨ। ਅਜਿਹੀਆਂ 2 ਮੀਟਿੰਗਾਂ ਦਾ ਜ਼ਿਕਰ ਅਧਿਆਇ 9 ਵਿੱਚ ਕੀਤਾ ਗਿਆ ਹੈ। ਇਨ੍ਹਾਂ ਦੱਸੀਆਂ ਘਟਨਾਵਾਂ ਦੇ ਮੱਦੇਨਜ਼ਰ ਉਸ ਆਪਰੇਸ਼ਨ ਦੇ ਮੁੱਖ ਉਦੇਸ਼ ਨੂੰ ਅੱਗੇ ਵਧਾਉਣ ਵਿੱਚ ਇੱਕ ਛੋਟੀ ਜਿਹੀ ਭੂਮਿਕਾ ਨਿਭਾਉਂਦੇ ਹੋਏ ਸ਼ੁਰੂ ਵਿੱਚ ਮੈਂ ਮਹਿਸੂਸ ਕੀਤਾ ਕਿ ਮੈਂ ਉਹੀ ਕਰ ਰਿਹਾ ਸਾਂ ਜੋ ਇੱਕ ਵਫ਼ਾਦਾਰ ਖੁਫੀਆ ਏਜੰਸੀ ਦੇ ਮੈਂਬਰ ਦਾ ਨਿਯਮਬੱਧ ਕੰਮ ਸੀ, ਤਾਂ ਜੋ ਰਾਜਨੀਤਿਕ ਵਿਰੋਧੀਆਂ ਦੇ ਵਿਰੁੱਧ ਏਜੰਸੀ ਦਾ ਸਲਾਹਕਾਰ ਆਪਣੇ ਕੀਤੇ ਕੰਮਾਂ ਲਈ ਤਾਰੀਫ ਲੈ ਸਕੇ। ਮੈਨੂੰ ਇਸ ਝੂਠ ਦੇ ਪੁਲੰਦੇ ਦੀ ਸੱਚਾਈ ਦੇਖਣ ਦੇ ਲਗਾਤਾਰ ਮੌਕੇ ਮਿਲੇ ਅਤੇ ਛੇਤੀ ਹੀ ਮੈਨੂੰ ਅਹਿਸਾਸ ਹੋ ਗਿਆ ਕਿ ਮੈਨੂੰ ਇੱਕ ਰਾਜਨੀਤਿਕ ਪਾਰਟੀ, ਇੱਕ ਵਿਅਕਤੀ ਅਤੇ ਇੱਕ ਪਰਿਵਾਰ ਦੇ ਹਿੱਤਾਂ ਨੂੰ ਅੱਗੇ ਵਧਾਉਣ ਦੇ ਲਈ ਕਿਵੇਂ ਨਾ ਕਿਵੇਂ ਵਰਤਿਆ ਜਾ ਰਿਹਾ ਹੈ, ਜੋ ਪੂਰੀ ਤਰ੍ਹਾਂ ਰਾਸ਼ਟਰੀ ਹਿੱਤਾਂ ਦੇ ਉਲਟ ਸੀ। ਇਨ੍ਹਾਂ ਚੀਜ਼ਾਂ ਦੇ ਪ੍ਰਭਾਵ ਹੇਠ ਆਉਣਾ ਮੇਰੇ ਲਈ ਬਹੁਤ ਮੁਸ਼ਕਲ ਹੁੰਦਾ ਜਾ ਰਿਹਾ ਸੀ। ਮੇਰੀ ਜ਼ਮੀਰ ਮੈਨੂੰ ਇਸ ਨਾਲ ਸਮਝੌਤਾ ਕਰਨ ਦੀ ਆਗਿਆ ਨਹੀਂ ਦੇ ਰਹੀ ਸੀ ਅਤੇ ਜਲਦੀ ਹੀ ਮੈਨੂੰ ਕੋਈ ਫੈਸਲਾ ਲੈਣਾ ਪੈਣਾ ਸੀ। ਇਸ ਪਦ ਤੇ ਰਹਿੰਦਿਆਂ ਮੇਰੇ ਕੋਲ ਅਜਿਹੀ ਦੁਬਿਧਾ ਨਾਲ ਨਜਿੱਠਣ ਲਈ ਸੀਮਤ ਵਿਕਲਪ ਸਨ। ਮੇਰੀ ਨੌਕਰੀ ਦੀ ਖਾਤਰ ਮੇਰੀ ਜ਼ਮੀਰ ਨੂੰ ਚੁੱਪ ਕਰਵਾਉਣ ਦਾ ਸਵਾਲ ਹੀ ਨਹੀਂ ਉੱਠਦਾ ਸੀ। ਮੈਂ ਵਿਸਲ ਬਲੋਅਰ ਵਜੋਂ ਵੀ ਕੰਮ ਨਹੀਂ ਕਰ ਸਕਦਾ ਸੀ। ਵਿਸਲ ਬਲੋਅਰ ਕਿਸੇ ਸੰਸਥਾ ਵਿੱਚ ਹੋ ਰਹੇ ਗਲਤ ਕੰਮਾਂ ਨੂੰ ਬੇਨਕਾਬ ਕਰਨ ਵਾਲਾ। ਲੀਕ ਹੋਈ ਜਾਣਕਾਰੀ ਦੀ ਪੈੜ ਆਸਾਨੀ ਨਾਲ ਮੇਰੇ ਕੋਲ ਲੱਭੀ ਜਾ ਸਕਦੀ ਸੀ, ਜਿਸ ਕਾਰਨ ਮੇਰੇ ਇਸ ਕਾਰਜ ਨੂੰ ਗੈਰ ਕਾਨੂੰਨੀ ਮੰਨਦਿਆਂ ਮੈਨੂੰ ਬਰਖਾਸਤ ਕੀਤਾ ਜਾ ਸਕਦਾ ਸੀ ਅਤੇ ਸੰਭਵ ਤੌਰ ਤੇ ਇਸ ਦੌਰਾਨ ਮੇਰੇ ਉੱਤੇ ਇੰਟਰ ਸਰਵਿਸਿਜ਼ ਇੰਟੈਲੀਜੈਂਸ ISI ਏਜੰਟ ਦਾ ਖਾਲਿਸਤਾਨੀ ਕਾਰਕੁਨ ਹੋਣ ਦਾ ਝੂਠਾ ਦੋਸ਼ ਲਗਾ ਦਿੱਤਾ ਜਾਂਦਾ। ਹਮੇਸ਼ਾ ਸਰਕਾਰ ਲਈ ਵਚਨਬੱਧ ਰਹਿਣ ਵਾਲਾ ਮੀਡੀਆ ਮੈਨੂੰ ਤਕਲੀਫ ਦੇ ਸਥਿਤੀ ਵਿੱਚ ਪਹੁੰਚਾ ਦਿੰਦਾ। ਦੂਜਾ, ਮੈਂ ਨੌਕਰੀ ਤੋਂ ਅਸਤੀਫਾ ਦੇ ਸਕਦਾ ਸੀ ਅਤੇ ਕਿਸੇ ਰਾਜਨੀਤਿਕ ਪਾਰਟੀ ਵਿੱਚ ਸ਼ਾਮਲ ਹੋ ਸਕਦਾ ਸੀ, ਪਰ ਮੈਂ ਉਹ ਸਭ ਦੇਖ ਚੁੱਕਾ ਸਾਂ ਜੋ ਮੇਰੇ ਸਹੁਰੇ ਸਰਦਾਰ ਸਵਰਨ ਸਿੰਘ, ਸਾਬਕਾ ਵਿਦੇਸ਼ ਮੰਤਰੀ ਅਤੇ ਇੰਦਰਾ ਗਾਂਧੀ ਦੇ ਨਜ਼ਦੀਕੀ ਵਿਸ਼ਵਾਸ ਪਾਤਰ ਨਾਲ ਵਾਪਰ ਚੁੱਕਾ ਸੀ। ਉਸ ਸਾਲ ਜੂਨ ਵਿੱਚ ਨੈਸ਼ਨਲ ਐਮਰਜੈਂਸੀ ਲਾਗੂ ਕਰਨ ਦੇ ਵਿਰੋਧ ਕਾਰਨ ਨਵੰਬਰ 1975 ਵਿੱਚ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਦੇ ਲਈ ਮਜਬੂਰ ਕੀਤਾ ਗਿਆ। ਮੈਂ ਉਨ੍ਹਾਂ ਦੇ ਮੁਕਾਬਲੇ ਬਹੁਤ ਛੋਟੀ ਚੀਜ਼ ਸਾਂ। ਮੇਰੇ ਲਈ ਤੀਜਾ ਵਿਕਲਪ ਨੌਕਰੀ ਤੋਂ ਅਸਤੀਫਾ ਦੇਣਾ ਅਤੇ ਅਧਿਆਪਨ ਵੱਲ ਵਾਪਸ ਪਰਤਣਾ ਸੀ, ਜਿਸ ਕੰਮ ਨੂੰ ਮੈਂ ਹਾਲੇ ਵੀ ਪਿਆਰ ਕਰਦਾ ਸਾਂ। ਅਧਿਆਪਕ ਦੀ ਨੌਕਰੀ ਛੱਡਣ ਦਾ ਇੱਕ ਮੁੱਖ ਕਾਰਨ ਅਧਿਆਪਨ ਦਾ ਤਨਖਾਹ ਸਕੇਲ ਸੀ, ਜਿਸ ਕਰਕੇ ਮੈਂ 1964 ਵਿੱਚ ਭਾਰਤੀ ਪੁਲਿਸ ਸੇਵਾ IPS ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਇਸ ਕਰਕੇ ਮੈਂ ਮੇਰੇ ਲਈ ਉਪਲਬਧ ਇੱਕੋ ਇੱਕ ਵਿਹਾਰਕ ਅਤੇ ਸੁਰੱਖਿਅਤ ਰਸਤੇ ਦੀ ਚੋਣ ਕੀਤੀ। ਮੈਂ ਚੁੱਪਚਾਪ ਆਪਣੇ ਆਪ ਨੂੰ ਉਪਰੋਕਤ ਗਤੀਵਿਧੀਆਂ ਤੋਂ ਵੱਖ ਕਰ ਲਿਆ ਅਤੇ ਰਾਅ ਦੇ ਅੰਦਰ ਇੱਕ ਵਿਸ਼ਲੇਸ਼ਣ ਡਿਵੀਜ਼ਨ ਦਾ ਇੰਚਾਰਜ ਬਣ ਗਿਆ, ਜਿੱਥੇ ਮੇਰਾ ਕੰਮ ਕਾਗਜ਼ਾਂ, ਰਿਪੋਰਟਾਂ ਨੂੰ ਪੜ੍ਹਨ ਤੇ ਲਿਖਣ, ਖੋਜ ਕਾਰਜ ਕਰਨ ਅਤੇ ਥੋੜ੍ਹੇ ਤੇ ਲੰਬੇ ਸਮੇਂ ਦੇ ਰਣਨੀਤਕ ਵਿਸ਼ਲੇਸ਼ਣ ਨੂੰ ਵਿਸਤਾਰ ਦੇਣ ਅਤੇ ਸਲਾਹ ਦੇਣ ਤੱਕ ਸੀਮਤ ਸੀ। ਅਕਤੂਬਰ 1983 ਦੇ ਪਹਿਲੇ ਹਫ਼ਤੇ ਵਿੱਚ ਅਮਰੀਕਾ ਦੀ ਆਪਣੀ ਤੀਜੀ ਸੰਚਾਲਨ ਯਾਤਰਾ ਤੋਂ ਵਾਪਸ ਆ ਕੇ ਮੈਂ ਇਸ ਮਾਮਲੇ ਬਾਰੇ ਆਪਣੇ ਵਿਚਾਰ ਡਾਇਰੈਕਟਰ GC ਸਕਸੇਨਾ, ਗੈਰੀ ਨਾਲ ਸਾਂਝੇ ਕੀਤੇ, ਜੋ ਮੇਰੇ ਬਹੁਤ ਹੀ ਸਮਝਦਾਰ ਬੌਸ ਸਨ।
ਜਿਨ੍ਹਾਂ ਨੇ ਮੇਰੇ ਵਿਚਾਰਾਂ ਦੇ ਬੇਬਾਕ ਪ੍ਰਗਟਾਵੇ ਦੀ ਗੱਲਬਾਤ ਧੀਰਜ ਪਰ ਸਨੇਹ ਨਾਲ ਸੁਣੀ। ਅੰਤ ਵਿੱਚ ਉਹ ਮੇਰੀ ਇਸ ਬੇਨਤੀ ਤੇ ਸਹਿਮਤ ਹੋ ਗਏ ਕਿ ਮੇਰੇ ਵੱਲੋਂ ਸੰਭਾਲੀਆਂ ਜਾ ਰਹੀਆਂ ਦੋ ਬਹੁਤ ਹੀ ਸੰਵੇਦਨਸ਼ੀਲ ਡਿਵੀਜ਼ਨਾਂ ਦੀ ਜ਼ਿੰਮੇਵਾਰੀ ਅਤੇ ਪੰਜਾਬ ਨਾਲ ਸੰਬੰਧਿਤ ਵਾਧੂ ਸੰਚਾਲਨ ਦੇ ਕੰਮ ਤੋਂ ਮੈਨੂੰ ਮੁਕਤ ਕਰ ਦਿੱਤਾ ਜਾਵੇਗਾ, ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਇਸੇ ਤਰ੍ਹਾਂ ਦੀ ਦੁਬਿਧਾ ਦਾ ਸਾਹਮਣਾ ਕਰਨਾ ਪਿਆ ਹੈ। ਉਹਨਾਂ ਨੂੰ ਇਹ ਅਹਿਸਾਸ ਹੋਵੇਗਾ ਕਿ ਕਿਸੇ ਵੀ ਅਜਿਹੇ ਵਿਅਕਤੀ ਜਿਸ ਉੱਤੇ ਤੁਸੀਂ ਭਰੋਸਾ ਕਰ ਸਕਦੇ ਹੋ ਨਾਲ ਆਪਣੇ ਕੁਝ ਵਿਚਾਰ ਸਾਂਝੇ ਕੀਤੇ ਬਿਨਾਂ ਇਹੋ ਜਿਹੀਆਂ ਹਾਲਾਤਾਂ ਵਿੱਚ ਰਹਿਣਾ ਕਿੰਨਾ ਮੁਸ਼ਕਲ ਹੁੰਦਾ ਹੈ। ਖੁਸ਼ਕਿਸਮਤੀ ਨਾਲ ਮੇਰੇ ਕੋਲ ਅਜਿਹੇ ਬਹੁਤ ਸਾਰੇ ਵਿਅਕਤੀ ਸਨ। ਮੇਰੀ ਮਰਹੂਮ ਪਤਨੀ ਇਕਬਾਲ, ਪਰਿਵਾਰ ਅਤੇ ਦੋਸਤ ਉਸ ਨੂੰ ਬਾਲੀ ਕਹਿ ਕੇ ਸੱਦਦੇ ਸਨ। ਆਪਣੇ ਸੂਝਵਾਨ ਪਿਤਾ ਦੀ ਧੀ ਹੋਣ ਦੇ ਨਾਤੇ ਖੁਦ ਵੀ ਬਹੁਤ ਸੂਝਵਾਨ ਅਤੇ ਸਮਝ ਵਾਲੀ ਸੀ। ਉਹ ਮੇਰੀ ਹਰ ਗੱਲ ਧੀਰਜ ਨਾਲ ਸੁਣਦੀ ਸੀ ਅਤੇ ਬਹੁਤ ਸਮਝਦਾਰੀ ਨਾਲ ਭਰੇ ਤੇ ਦਿਲਾਸਾ ਦੇਣ ਵਾਲੇ ਸ਼ਬਦਾਂ ਦੇ ਨਾਲ ਮੇਰਾ ਬੋਝ ਹਲਕਾ ਕਰ ਦਿੰਦੀ ਸੀ। ਕਈ ਵਾਰ ਜਦੋਂ ਮੇਰੇ ਸੱਸ-ਸਹੁਰਾ ਸਾਡੇ ਕੋਲ ਆਏ ਤਾਂ ਸਾਡੇ ਕੋਲ ਠਹਿਰੇ ਤਾਂ ਮੈਂ ਆਪਣੇ ਸਹੁਰੇ ਨਾਲ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ। ਸ਼ੁਰੂ ਵਿੱਚ ਉਹਨਾਂ ਨੇ ਮੇਰੇ ਤੇ ਭਰੋਸਾ ਨਹੀਂ ਕੀਤਾ। ਇੱਕ ਪੜਾਅ ਤੇ ਉਹਨਾਂ ਨੇ ਉਹ ਸਭ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜੋ ਮੈਂ ਉਹਨਾਂ ਨੂੰ ਦੱਸ ਰਿਹਾ ਸੀ। ਉਹ ਪੁਰਾਣੇ ਹੰਢੇ ਹੋਏ ਰਾਜਨੀਤਿਕ ਨੇਤਾ ਸਨ। ਨਿੱਜੀ ਜਾਂ ਜਨਤਕ ਤੌਰ ਤੇ ਹਮੇਸ਼ਾ ਆਪਣੀ ਪਾਰਟੀ ਦੀਆਂ ਨੀਤੀਆਂ ਦਾ ਬਚਾਅ ਕਰਦੇ ਸਨ, ਪਰ ਕੁਝ ਸਮੇਂ ਬਾਅਦ ਮੈਂ ਇਹ ਦੇਖ ਸਕਦਾ ਸੀ ਕਿ ਪੰਜਾਬ ਦੀ ਸਥਿਤੀ ਅਤੇ ਇਸ ਪ੍ਰਤੀ ਸਰਕਾਰ ਦੀ ਉਦਾਸੀਨਤਾ ਦੇ ਕਾਰਨ ਉਹ ਨਿਰਾਸ਼ ਹੋ ਚੁੱਕੇ ਸਨ। ਭਾਰਤ ਸਰਕਾਰ ਵਿੱਚ ਡੈਪੂਟੇਸ਼ਨ ਤੇ ਆਏ ਮੇਰੇ ਬੈਚਮੇਟ IAS ਕਰਨੈਲ ਸਿੰਘ 1964 ਉੱਤਰ ਪ੍ਰਦੇਸ਼ ਚਾਣਕਿਆਪੁਰੀ ਦੇ D1 ਫਲੈਟਾਂ ਵਿੱਚੋਂ ਇੱਕ ਵਿੱਚ ਰਹਿ ਰਹੇ ਸਨ, ਜੋ ਮੇਰੇ ਫਲੈਟ ਦੇ ਨੇੜੇ ਹੀ ਸੀ। ਬਹੁਤ ਘੱਟ ਬੋਲਣ ਵਾਲੇ ਕਰਨੈਲ ਸਿੰਘ ਇੱਕ ਅਜਿਹੇ ਵਿਅਕਤੀ ਸਨ ਜਿਨ੍ਹਾਂ ਨਾਲ ਮੈਂ ਖੁੱਲ੍ਹ ਕੇ ਗੱਲ ਕਰ ਸਕਦਾ ਸੀ। ਜਦੋਂ ਮੈਂ ਇਹਨਾਂ ਮਾਮਲਿਆਂ ਨਾਲ ਜੂਝ ਰਿਹਾ ਸੀ, ਦਫ਼ਤਰ ਤੋਂ ਵਾਪਸ ਆ ਕੇ ਸ਼ਾਮ ਵੇਲੇ ਮੈਂ ਕਈ ਵਾਰ ਉਸ ਦੇ ਫਲੈਟ 'ਚ ਚਲਾ ਜਾਂਦਾ ਅਤੇ ਰਾਅ ਦੇ ਆਪਰੇਸ਼ਨਾਂ ਨਾਲ ਆਪਣੇ ਸੰਬੰਧ ਜ਼ਾਹਰ ਕੀਤੇ ਬਿਨਾਂ ਪੰਜਾਬ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਵਿਚਾਰ ਵਟਾਂਦਰਾ ਕਰਦਾ ਸੀ। ਫਰਵਰੀ 1982 ਤੋਂ ਮਈ 1985 ਤੱਕ ਰਾਅ ਵਿੱਚ ਕੰਮ ਕਰ ਰਹੇ ਅਸੀਂ ਚਾਰਾਂ ਅਧਿਕਾਰੀਆਂ ਨੇ ਬਦਲਵੀਂ ਕਾਰ ਦਾ ਪ੍ਰਬੰਧ ਕੀਤਾ ਹੋਇਆ ਸੀ। ਭਾਵ ਹਰ ਰੋਜ਼ ਵਾਰੀ ਮੁਤਾਬਕ ਇੱਕ ਅਧਿਕਾਰੀ ਦੀ ਕਾਰ ਵਿੱਚ ਦਫ਼ਤਰ ਜਾਂਦੇ ਸੀ। ਅਸੀਂ ਚਾਰ ਅਧਿਕਾਰੀ ਸਾਂ। SC ਮਿਸ਼ਰਾ IPS 1959 ਉੜੀਸ਼ਾ, ਅਮਰ ਭੂਸ਼ਣ IPS 1967 ਮੱਧ ਪ੍ਰਦੇਸ਼, JK ਸਿਨਹਾ IPS 1967 ਬਿਹਾਰ ਅਤੇ ਮੈਂ। ਅਸੀਂ ਸਾਰੇ ਚਾਣਕਿਆਪੁਰੀ ਸੱਤਿਆ ਮਾਰਗ ਵਿਖੇ ਸਥਿਤ ਫਲੈਟਾਂ ਵਿੱਚ ਰਹਿੰਦੇ ਸੀ ਅਤੇ ਸਵੇਰੇ ਸ਼ਾਮ ਇੱਕੋ ਕਾਰ ਵਿੱਚ ਸਾਡਾ ਇਕੱਠਿਆਂ ਦਾ ਲਗਭਗ 20 ਮਿੰਟਾਂ ਦਾ ਸਫ਼ਰ ਹੁੰਦਾ ਸੀ। ਇਸ ਨਾਲ ਸਾਨੂੰ ਕੁਝ ਸਾਂਝੇ ਹਿੱਤਾਂ ਦੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨ ਦੇ ਲਈ ਥੋੜ੍ਹਾ ਆਰਾਮਦਾਇਕ ਸਮਾਂ ਮਿਲ ਜਾਂਦਾ ਸੀ। ਪੰਜਾਬ ਨਾਲ ਸੰਬੰਧਿਤ ਇੱਕ ਸਿੱਖ ਅਫਸਰ ਹੋਣ ਦੇ ਨਾਤੇ ਮੈਂ ਪੰਜਾਬ ਵਿੱਚ ਚੱਲ ਰਹੇ ਘਟਨਾਕ੍ਰਮ ਬਾਰੇ ਆਪਣੇ ਵਿਚਾਰ ਸਾਂਝੇ ਕਰਦਾ ਸੀ। ਉਹਨਾਂ ਨੂੰ ਹੈਰਾਨੀ ਹੁੰਦੀ ਸੀ ਕਿ ਮੇਰੇ ਜ਼ਿਆਦਾਤਰ ਨਿਰੀਖਣ ਅਤੇ ਭਵਿੱਖਬਾਣੀਆਂ ਸੱਚ ਹੁੰਦੇ ਸਨ। ਮੇਰੇ ਨਾਲ ਕਾਰ ਵਿੱਚ ਰੋਜ਼ਾਨਾ ਸਫ਼ਰ ਕਰਨ ਵਾਲੇ ਇਹ ਤਿੰਨੇ ਦੋਸਤ ਅਤੇ ਕਰਨੈਲ ਸਿੰਘ ਮੇਰੇ ਤੋਂ ਕੁਝ ਅੱਗੇ-ਪਿੱਛੇ ਸੇਵਾ ਮੁਕਤ ਹੋ ਗਏ ਹਨ। ਵਿਸਥਾਰ ਵਿੱਚ ਤਾਂ ਨਹੀਂ, ਪਰ ਫਿਰ ਵੀ ਇਹਨਾਂ ਤਿੰਨਾਂ ਦੋਸਤਾਂ ਨੂੰ ਹਾਲੇ ਵੀ ਉਹ ਗੱਲਾਂ ਯਾਦ ਹਨ ਜੋ ਮੈਂ ਉਹਨਾਂ ਨੂੰ ਪੰਜਾਬ ਬਾਰੇ ਦੱਸਦਾ ਹੁੰਦਾ ਸੀ। ਬਦਕਿਸਮਤੀ ਨਾਲ JK ਸਿਨਹਾ ਕੁਝ ਮਹੀਨੇ ਪਹਿਲਾਂ ਕੋਵਿਡ ਕਰਕੇ ਗੁਜ਼ਰ ਗਏ। 31 ਅਕਤੂਬਰ ਤੋਂ 3 ਨਵੰਬਰ 1984 ਤੱਕ ਉਹਨਾਂ ਚਾਰ ਮੰਦਭਾਗੇ ਦਿਨ ਅਤੇ ਰਾਤਾਂ ਨੂੰ ਹੋਏ ਸਿੱਖ ਵਿਰੋਧੀ ਕਤਲੇਆਮ ਦੌਰਾਨ ਦਿੱਲੀ ਪੁਲਿਸ ਦੇ ਵਾਇਰਲੈਸ ਨੈਟਵਰਕ ਉੱਤੇ ਮੇਰੇ ਦੁਆਰਾ ਸੁਣੀਆਂ ਗਈਆਂ ਗੱਲਾਂ ਵੀ ਅਮਰ ਭੂਸ਼ਣ ਨੂੰ ਹਾਲੇ ਤੱਕ ਯਾਦ ਹਨ। ਬਾਅਦ ਵਿੱਚ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਟੋਕੀਓ ਵਿਖੇ ਭਾਰਤੀ ਦੂਤਾਵਾਸ ਦੇ ਮੰਤਰੀਆਂ 'ਚੋਂ ਇੱਕ ਹੋਣ ਦੇ ਨਾਤੇ ਦੁਪਹਿਰ ਦੇ ਖਾਣੇ ਤੋਂ ਬਾਅਦ ਘੁੰਮਣ ਫਿਰਨ ਦੌਰਾਨ ਮੈਂ ਮੰਤਰੀ ਆਰਥਿਕ SC ਤ੍ਰਿਪਾਠੀ IAS 1968 ਉੱਤਰ ਪ੍ਰਦੇਸ਼, ਜੋ ਬਾਅਦ ਵਿੱਚ ਪੈਟਰੋਲੀਅਮ ਸਕੱਤਰ ਵਜੋਂ ਸੇਵਾ ਮੁਕਤ ਹੋਏ। ਬਦਕਿਸਮਤੀ ਦੇ ਨਾਲ SC ਤ੍ਰਿਪਾਠੀ ਕੁਝ ਮਹੀਨੇ ਪਹਿਲਾਂ ਕੋਵਿਡ ਕਰਕੇ ਗੁਜ਼ਰ ਗਏ। ਨਾਲ ਇਸ ਵਿਸ਼ੇ ਉੱਤੇ ਆਪਣੇ ਕੁਝ ਵਿਚਾਰ ਸਾਂਝੇ ਕਰਦਾ ਹੁੰਦਾ ਸੀ। ਜਦੋਂ ਵੀ ਅਸੀਂ ਦਿੱਲੀ ਗੋਲਫ ਕਲੱਬ ਵਿੱਚ ਗੋਲਫ ਖੇਡਦੇ ਸੀ, ਉਦੋਂ ਵੀ ਮੈਂ ਉਹਨਾਂ ਨਾਲ ਇਸ ਵਿਸ਼ੇ ਅਤੇ ਸਾਂਝੀ ਦਿਲਚਸਪੀ ਦੇ ਹੋਰ ਵਿਸ਼ਿਆਂ ਬਾਰੇ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਜਾਰੀ ਰੱਖਿਆ। ਰਾਅ ਦੇ ਸਾਬਕਾ ਸਕੱਤਰ ਵਿਕਰਮ ਸੂਦ ਨਾਲ ਮੇਰੀਆਂ ਅਜਿਹੀਆਂ ਹੀ ਗੱਲਾਂ ਹੋਈਆਂ ਜੋ ਮੇਰੇ ਵਾਂਗ ਹੀ ਆਪਣੀ ਸੇਵਾ ਮੁਕਤੀ ਤੋਂ ਬਾਅਦ ਗੁੜਗਾਉਂ ਵਿੱਚ ਵਸ ਗਏ ਸਨ। ਵਿਭਾਗ ਇੱਕ ਸ਼ਬਦ ਜੋ ਆਮ ਤੌਰ ਤੇ ਅੰਦਰੂਨੀ ਲੋਕਾਂ ਦੁਆਰਾ ਰਾਅ ਦੇ ਲਈ ਵਰਤਿਆ ਜਾਂਦਾ ਹੈ, ਵਿੱਚ ਕੰਮ ਕਰਨ ਦੇ ਮੇਰੇ 26 ਸਾਲਾਂ ਦੇ ਤਜਰਬੇ ਦੇ ਆਧਾਰ ਤੇ
ਮੈਂ ਵਿਸ਼ੇਸ਼ ਰਾਸ਼ਟਰੀ ਮਹੱਤਵ ਦੇ ਵਿਸ਼ਿਆਂ ਉੱਤੇ ਕਿਤਾਬਾਂ ਲਿਖਣ ਦਾ ਫੈਸਲਾ ਕੀਤਾ। ਕਈ ਕਾਰਨਾਂ ਕਰਕੇ, ਅਧਿਕਾਰਤ ਅਤੇ ਨਿੱਜੀ, ਮੈਂ ਪਹਿਲਾਂ ਇਹ ਕੰਮ ਸ਼ੁਰੂ ਨਹੀਂ ਕਰ ਸਕਿਆ। ਜਦੋਂ ਪਹਿਲੀ ਕਿਤਾਬ ਸਿੱਕਮ ਬਾਰੇ ਲਿਖਣ ਦਾ ਸਮਾਂ ਆਇਆ ਤਾਂ ਮਈ 2011 ਤੋਂ ਹੀ ਮੇਰੀ ਪਤਨੀ ਦੇ ਲਿਓਮਾਈਸਰਕੋਮਾ ਕੈਂਸਰ ਦੀ ਇੱਕ ਕਿਸਮ ਬਾਰੇ ਪਤਾ ਲੱਗਾ ਅਤੇ ਮੈਂ ਆਪਣਾ ਸਮਾਂ ਅਤੇ ਊਰਜਾ ਪੂਰੀ ਤਰ੍ਹਾਂ ਉਸ ਦੇ ਇਲਾਜ ਲਈ ਸਮਰਪਿਤ ਕਰ ਦਿੱਤਾ। ਸ਼ੁਰੂਆਤੀ ਸਕਾਰਾਤਮਕ ਹੁੰਗਾਰੇ ਤੋਂ ਬਾਅਦ ਕੈਂਸਰ ਮੁੜ ਸਾਹਮਣੇ ਆਇਆ। ਉਸ ਨੇ ਦਲੇਰੀ ਨਾਲ ਬਿਮਾਰੀ ਦਾ ਸਾਹਮਣਾ ਕੀਤਾ ਅਤੇ ਜਨਵਰੀ 2017 ਵਿੱਚ ਆਏ ਆਖਰੀ ਪਲ ਤੱਕ ਉਸ ਦੇ ਚਿਹਰੇ ਤੇ ਕੋਈ ਅਫਸੋਸ ਜਾਂ ਦਰਦ ਨਹੀਂ ਸੀ। 2018 ਵਿੱਚ ਸਿੱਕਮ ਬਾਰੇ ਕਿਤਾਬ ਪ੍ਰਕਾਸ਼ਿਤ ਹੋਣ ਦੇ ਨਾਲ ਹੀ ਹੁਣ ਅਗਲੀ ਕਿਤਾਬ ਬਾਰੇ ਸੋਚਣ ਦਾ ਸਮਾਂ ਆ ਗਿਆ ਸੀ। ਸ਼ੁਰੂ ਵਿੱਚ ਮੈਨੂੰ ਇਹ ਖਦਸ਼ਾ ਸੀ ਕਿ ਇੱਕ ਆਮ ਭਾਰਤੀ ਅਜਿਹੀ ਕਿਤਾਬ ਦੀ ਸਮੱਗਰੀ ਤੇ ਕਿਹੋ ਜਿਹੀ ਪ੍ਰਤੀਕਿਰਿਆ ਦੇਵੇਗਾ। ਮੈਂ ਜਾਣਦਾ ਸੀ ਕਿ ਜ਼ਿਆਦਾਤਰ ਲੋਕ, ਜਿਨ੍ਹਾਂ ਵਿੱਚ ਮੇਰੇ ਕੁਝ ਨਜ਼ਦੀਕੀ ਦੋਸਤ ਵੀ ਸ਼ਾਮਲ ਸਨ, ਆਪਰੇਸ਼ਨ ਬਲੂ ਸਟਾਰ ਲਈ ਜ਼ਿੰਮੇਵਾਰ ਠਹਿਰਾਉਣ ਲਈ ਭਿੰਡਰਾਂਵਾਲੇ ਤੋਂ ਪਰੇ ਦੇਖਣ ਲਈ ਤਿਆਰ ਨਹੀਂ ਸਨ। ਇਹ ਜਾਣਨ ਦੀ ਪਰਵਾਹ ਕੀਤੇ ਬਿਨਾਂ ਕਿ ਉਸ ਸ਼ਖਸ ਨੂੰ ਕਿਸ ਨੇ ਖੜਾ ਕੀਤਾ ਸੀ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਕਿ ਕਿਸ ਉਦੇਸ਼ ਲਈ ਬਣਾਇਆ ਸੀ। ਦਿੱਲੀ ਅਤੇ ਹੋਰ ਥਾਵਾਂ ਦੇ ਸਿੱਖ ਵਿਰੋਧ ਕਤਲੇਆਮ ਨੂੰ ਇੰਦਰਾ ਗਾਂਧੀ ਦੇ 2 ਸੁਰੱਖਿਆ ਗਾਰਡਾਂ ਦੁਆਰਾ ਕੀਤੇ ਗਏ ਕਤਲ ਦਾ ਸੁਭਾਵਿਕ ਨਤੀਜਾ ਦੱਸਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ। 2017 ਤੋਂ ਬਾਅਦ ਮੇਰੇ ਧਿਆਨ ਵਿੱਚ ਆਈਆਂ ਕੁਝ ਘਟਨਾਵਾਂ ਨੇ ਮੈਨੂੰ ਇਹ ਸੋਚਣ ਲਈ ਪ੍ਰੇਰਿਤ ਕੀਤਾ ਕਿ ਜਿੱਥੋਂ ਤੱਕ 1984 ਦੇ ਸਿੱਖ ਵਿਰੋਧੀ ਕਤਲੇਆਮ ਦੀ ਜਾਣਕਾਰੀ ਬਾਰੇ ਜਨਤਕ ਰਾਏ ਦਾ ਸੰਬੰਧ ਹੈ, ਹਾਲਾਤ ਬਿਹਤਰ ਹੋ ਰਹੇ ਸਨ। ਇਸ ਵਿਸ਼ੇ ਤੇ ਵੱਖ-ਵੱਖ ਟੈਲੀਵਿਜ਼ਨ ਚੈਨਲਾਂ ਉੱਤੇ ਸਰਗਰਮੀ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਸੀ ਅਤੇ ਵੱਡੇ ਅਖਬਾਰਾਂ ਵਿੱਚ ਕੁਝ ਕਾਂਗਰਸੀ ਸਿਆਸਤਦਾਨਾਂ ਤੇ ਦਿੱਲੀ ਪੁਲਿਸ ਵੱਲੋਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਵਿੱਚ ਨਿਭਾਈ ਗਈ ਭੂਮਿਕਾ ਦੀ ਆਲੋਚਨਾ ਕਰਨ ਵਾਲੇ ਸੰਪਾਦਕੀ ਅਤੇ ਮੁੱਖ ਲੇਖ ਵੀ ਛਪੇ। ਦਸੰਬਰ 2018 ਦੇ ਆਖਰੀ ਹਫ਼ਤੇ ਮੈਂ ਦੇਖਿਆ ਕਿ IPS ਅਧਿਕਾਰੀਆਂ ਦੀ ਮੈਂਬਰਸ਼ਿਪ ਵਾਲੀ ਇੱਕ ਵੈੱਬਸਾਈਟ, ਜਿਸ ਵਿੱਚ ਸੇਵਾ ਕਰ ਰਹੇ ਅਤੇ ਸੇਵਾ ਮੁਕਤ IPS ਸ਼ਾਮਲ ਸਨ ਤੇ ਜਿਸ ਦਾ ਮੈਂ ਵੀ ਮੈਂਬਰ ਸੀ, ਨੇ ਇਸ ਵਿਸ਼ੇ ਤੇ ਚਰਚਾ ਕੀਤੀ। ਸੱਜਣ ਕੁਮਾਰ ਤੋਂ ਬਾਅਦ 1984 ਦੇ ਕਤਲੇਆਮ ਵਿੱਚ ਪੁਲਿਸ ਦੀ ਭੂਮਿਕਾ ਲਈ ਇਸ ਨੂੰ ਜਵਾਬਦੇਹ ਬਣਾਉਣ ਦਾ ਸਮਾਂ। ਇੱਕ ਮੈਂਬਰ ਨੇ ਮਹੱਤਵਪੂਰਨ ਟਿੱਪਣੀ ਕੀਤੀ, ਜਦੋਂ ਅਧਿਕਾਰੀਆਂ ਦੇ ਸਾਹਮਣੇ ਲੋਕਾਂ ਨੂੰ ਮਾਰਿਆ ਗਿਆ ਸੀ, ਜਦੋਂ ਮਦਦ ਲਈ ਕੀਤੀਆਂ ਜਾ ਰਹੀਆਂ ਬੇਨਤੀਆਂ ਨੂੰ ਸਨਕੀ ਢੰਗ ਨਾਲ ਠੁਕਰਾ ਦਿੱਤਾ ਗਿਆ ਸੀ, ਜਦੋਂ ਜਾਣਬੁੱਝ ਕੇ ਸਬੂਤਾਂ ਨੂੰ ਨਸ਼ਟ ਕਰ ਦਿੱਤਾ ਗਿਆ, ਤਾਂ ਇਹ ਸਭ ਇੱਕ ਸੰਗਠਨ ਵੱਲੋਂ ਜਾਣਬੁੱਝ ਕੇ ਨਹੀਂ ਕੀਤਾ ਗਿਆ, ਸਗੋਂ ਇਹ ਬਦਮਾਸ਼ ਅਤੇ ਅਪਰਾਧਿਕ ਕਰਮਚਾਰੀ ਸਨ ਜੋ ਖਾਕੀ ਵਰਦੀ ਪਹਿਨਣ ਅਤੇ ਕੋਈ ਜ਼ਿੰਮੇਵਾਰੀ ਸੰਭਾਲਣ ਦੇ ਕਾਬਲ ਨਹੀਂ ਸਨ। ਸਾਨੂੰ ਇਹ ਪਤਾ ਲਗਾਉਣ ਦੀ ਲੋੜ ਹੈ ਕਿ ਪੁਲਿਸ ਵਿੱਚੋਂ ਅਜਿਹੇ ਤੱਤਾਂ ਨੂੰ ਕਿਵੇਂ ਬਾਹਰ ਕੱਢਿਆ ਜਾਵੇ, ਕਿਉਂਕਿ ਉਹ ਅੱਜ ਵੀ ਮੌਜੂਦ ਹਨ। 1987 ਦੀ ਕੁਸਮਲਤਾ ਮਿੱਤਲ ਕਮੇਟੀ ਅਤੇ ਜਸਟਿਸ JD ਜੈਨ ਤੇ DK ਅਗਰਵਾਲ, ਸਾਬਕਾ DGP ਦੀ ਕਮੇਟੀ ਦੁਆਰਾ ਦੋਸ਼ੀ ਠਹਿਰਾਏ ਗਏ 147 ਪੁਲਿਸ ਕਰਮਚਾਰੀਆਂ ਵਿੱਚੋਂ ਆਖਰਕਾਰ ਕਿਸੇ ਤੇ ਵੀ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ। ਸਗੋਂ ਇਸ ਤੋਂ ਉਲਟ ਇੱਕ ਸੀਨੀਅਰ IPS ਅਧਿਕਾਰੀ, ਜਿਸ ਦੇ ਖਿਲਾਫ ਦੋਸ਼ ਗੰਭੀਰ ਸਨ, ਨੂੰ 1987 ਦੇ ਸ਼ੁਰੂ ਵਿੱਚ ਹੀ ਇੱਕ ਸੂਬੇ ਦੇ DGP ਵਜੋਂ ਤਰੱਕੀ ਦਿੱਤੀ ਗਈ। IPS ਅਧਿਕਾਰੀਆਂ ਦੀ ਇਸੇ ਵੈੱਬਸਾਈਟ ਤੇ 27 ਦਸੰਬਰ 2018 ਨੂੰ ਆਪਣੀ ਇੱਕ ਟਿੱਪਣੀ ਵਿੱਚ ਉੱਤਰ ਪ੍ਰਦੇਸ਼ ਦੇ ਸਾਬਕਾ DGP ਅਤੇ ਬਾਅਦ ਵਿੱਚ DGP ਬਾਰਡਰ ਸਿਕਿਉਰਿਟੀ ਫੋਰਸ ਬਣੇ ਪ੍ਰਕਾਸ਼ ਸਿੰਘ, IPS 1959 ਉੱਤਰ ਪ੍ਰਦੇਸ਼, ਜਿਨ੍ਹਾਂ ਨੇ 1996 ਵਿੱਚ ਜਨਤਕ ਹਿੱਤ ਪਟੀਸ਼ਨ PIL ਦਾਇਰ ਕੀਤੀ ਸੀ ਅਤੇ 2006 ਵਿੱਚ ਸੁਪਰੀਮ ਕੋਰਟ ਨੇ ਪੁਲਿਸ ਸੁਧਾਰਾਂ ਬਾਰੇ ਇੱਕ ਬਹੁਤ ਹੀ ਅਨੁਕੂਲ ਇਤਿਹਾਸਕ ਫੈਸਲਾ ਦਿੱਤਾ ਸੀ, ਜੋ ਸੁਧਾਰ ਹਾਲੇ ਵੀ ਲਾਗੂ ਕੀਤੇ ਜਾਣੇ ਹਨ, ਨੇ ਆਪਣੀ ਇਸ ਟਿੱਪਣੀ ਵਿੱਚ ਲਿਖਿਆ, ਪੁਲਿਸ ਸੁਧਾਰ ਜ਼ਰੂਰੀ ਹਨ, ਪਰ 1984 ਵਿੱਚ ਅਸੀਂ ਜਿਸ ਤਰ੍ਹਾਂ ਪੁਲਿਸ ਨੂੰ ਆਪਣੀ ਜ਼ਿੰਮੇਵਾਰੀ ਤੋਂ ਭੱਜਦਿਆਂ ਦੇਖਿਆ, ਉਸ ਦਾ ਪੁਲਿਸ ਸੁਧਾਰਾਂ ਦੀ ਗੈਰ ਮੌਜੂਦਗੀ ਰਾਹੀਂ ਬਚਾਅ ਕਰਨਾ ਤਾਂ ਦੂਰ, ਸਗੋਂ ਇਸ ਨੂੰ ਬਹਾਨਾ ਵੀ ਨਹੀਂ ਬਣਾਇਆ ਜਾ ਸਕਦਾ। ਮੈਂ ਹਮੇਸ਼ਾ ਇਹ ਕਹਿੰਦਾ ਰਿਹਾ ਹਾਂ ਕਿ ਸਾਨੂੰ ਕਾਨੂੰਨ ਦਾ ਸ਼ਾਸਨ ਕਾਇਮ ਰੱਖਣ ਲਈ ਕਿਸੇ ਆਦੇਸ਼ ਦੀ ਲੋੜ ਨਹੀਂ ਹੈ ਅਤੇ ਨਾ ਹੀ ਕਿਸੇ ਗੈਰ ਕਾਨੂੰਨੀ ਆਦੇਸ਼ਾਂ ਨੂੰ ਪੂਰਾ ਕਰਨ ਦੀ ਸਾਡੀ ਜ਼ਿੰਮੇਵਾਰੀ ਹੈ। ਗੱਲ ਤਾਂ ਇਹ ਹੈ ਕਿ ਕੀ ਅਸੀਂ ਇਸ ਦੀ ਕੀਮਤ ਅਦਾ ਕਰਨ ਦੇ ਲਈ ਤਿਆਰ ਹਾਂ? ਬਹੁਗਿਣਤੀ ਤਿਆਰ ਨਹੀਂ ਅਤੇ ਇੱਥੇ ਹੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਨਵੰਬਰ 2017 ਵਿੱਚ ਨਵੀਂ ਦਿੱਲੀ ਦੇ ਕਨਸਟੀਟਿਊਸ਼ਨਲ ਕਲੱਬ ਆਫ ਇੰਡੀਆ ਵਿੱਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੀ 34ਵੀਂ ਵਰ੍ਹੇਗੰਢ ਦੇ ਮੌਕੇ ਤੇ ਹੋਈ ਸਿੱਖ ਫੋਰਮ ਦੀ ਇੱਕ ਜਨਤਕ ਮੀਟਿੰਗ ਵਿੱਚ ਮੈਂ ਵੀ ਅਗਿਆਤ ਰੂਪ 'ਚ ਸ਼ਾਮਲ ਹੋਇਆ। ਮੈਂ ਜਾਣਬੁੱਝ ਕੇ ਦੇਰੀ ਨਾਲ ਪਹੁੰਚਿਆ ਅਤੇ ਆਖਰੀ ਕਤਾਰ ਵਿੱਚ ਬੈਠ ਗਿਆ। ਸੀਨੀਅਰ ਪੱਤਰਕਾਰ
ਸਭਾ ਨਕਵੀ ਅਤੇ ਪੱਤਰਕਾਰ, ਸੰਪਾਦਕ ਅਤੇ ਅਕਾਦਮਿਕ ਸਿਧਾਰਥ ਵਰਦਾਰਾਜਨ ਦੇ ਬੋਲਣ ਤੋਂ ਬਾਅਦ ਫੋਰਮ ਦੇ ਸੰਸਥਾਪਕ ਮੈਂਬਰ ਪ੍ਰੋਫੈਸਰ ਅਮਰਜੀਤ ਸਿੰਘ ਨਾਰੰਗ ਨੇ ਆਪਣੀਆਂ ਸਮਾਪਤੀ ਟਿੱਪਣੀਆਂ ਵਿੱਚ ਇੱਕ ਮਹੱਤਵਪੂਰਨ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ 1984 ਦੇ ਕਤਲੇਆਮ ਦੇ ਦੋਸ਼ੀਆਂ ਵਿਰੁੱਧ ਸਬੂਤਾਂ ਦੀ ਭਰਮਾਰ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਜ਼ਾ ਦੇਣਾ ਸੰਭਵ ਨਹੀਂ ਹੈ, ਤਾਂ ਬਿਹਤਰ ਹੈ ਕਿ ਸੰਬੰਧਿਤ ਪਰਿਵਾਰਕ ਮੈਂਬਰਾਂ ਅਤੇ ਸਮੁੱਚੇ ਸਿੱਖ ਭਾਈਚਾਰੇ ਦੀ ਪੀੜ ਨੂੰ ਹੋਰ ਲੰਮਾ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿੱਖ ਕਾਂਗਰਸ ਪਾਰਟੀ ਨੂੰ ਮੁਆਫ਼ ਕਰਨ ਲਈ ਤਿਆਰ ਹਨ, ਜੇਕਰ ਪਾਰਟੀ ਉਸ ਕਤਲੇਆਮ ਨੂੰ ਉਕਸਾਉਣ ਅਤੇ ਸੰਗਠਿਤ ਕਰਨ ਵਿੱਚ ਆਪਣੀ ਭੂਮਿਕਾ ਲਈ ਮੁਆਫ਼ੀ ਮੰਗ ਲਵੇ। ਪਰ ਇਸ ਦੇ ਲਈ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਇਸ ਦੋਸ਼ ਦਾ ਸਮਰਥਨ ਕਰਨ ਵਾਲੇ ਸਬੂਤ ਪੇਸ਼ ਕਰਨ ਤੇ ਜ਼ੋਰ ਦਿੱਤਾ। ਅਸੀਂ ਇਹ ਸਬੂਤ ਕਿੱਥੋਂ ਪੇਸ਼ ਕਰੀਏ? ਪ੍ਰੋਫੈਸਰ ਨਾਰੰਗ ਨੇ ਦੁੱਖ ਪ੍ਰਗਟ ਕੀਤਾ। ਇਸ ਤੋਂ ਬਾਅਦ ਮੈਂ ਇਸ ਮੀਟਿੰਗ 'ਚੋਂ ਬਾਹਰ ਆ ਗਿਆ। ਘਰ ਜਾਂਦੇ ਸਮੇਂ ਮੈਨੂੰ ਮਹਿਸੂਸ ਹੋਇਆ ਕਿ ਇਹ ਲੋੜੀਂਦੀ ਜਾਣਕਾਰੀ ਅਸਲ ਵਿੱਚ ਮੇਰੇ ਕੋਲ ਸੀ ਕਿ ਇਹ ਸਭ 1980 ਵਿੱਚ ਕਿਵੇਂ ਸ਼ੁਰੂ ਹੋਇਆ, ਆਪਰੇਸ਼ਨ ਕਿਵੇਂ ਕੀਤਾ ਗਿਆ ਅਤੇ ਇਸ ਤੋਂ ਬਾਅਦ ਜੋ ਕੁਝ ਵੀ ਹੋਇਆ ਉਸ ਦੇ ਲਈ ਜ਼ਿੰਮੇਵਾਰ ਵਿਅਕਤੀ ਕੌਣ ਸਨ। ਮੈਂ ਲਗਭਗ 40 ਸਾਲਾਂ ਤੋਂ ਇਹ ਬੋਝ ਢੋ ਰਿਹਾ ਸੀ। ਹੁਣ ਸਮਾਂ ਆ ਗਿਆ ਸੀ ਕਿ ਇਸ ਨੂੰ ਇੱਕ ਕਿਤਾਬ ਵਿੱਚ ਤਬਦੀਲ ਕਰ ਦਿੱਤਾ ਜਾਵੇ, ਇਸ ਉਮੀਦ ਨਾਲ ਕਿ ਇਹ ਕਿਸੇ ਨਾ ਕਿਸੇ ਤਰ੍ਹਾਂ ਆਜ਼ਾਦੀ ਤੋਂ ਬਾਅਦ ਦੇ ਭਾਰਤੀ ਇਤਿਹਾਸ ਦੇ ਸਭ ਤੋਂ ਕਾਲੇ ਅਧਿਆਇ ਨੂੰ ਬੰਦ ਕਰਨ ਵਿੱਚ ਮਦਦ ਕਰ ਸਕਦੀ ਸੀ। ਇਸ ਕਿਤਾਬ ਨੂੰ ਪੂਰਾ ਸੁਣਨ ਦੇ ਲਈ ਆਪਣੇ ਮੋਬਾਈਲ ਫੋਨ ਦੇ ਪਲੇ ਸਟੋਰ ਵਿੱਚੋਂ ਹੁਣੇ ਹੀ ਡਾਊਨਲੋਡ ਕਰੋ ਵਿਰਾਸਤ ਐਪ। ਧੰਨਵਾਦ।